ਹੈਲੋ 10th ਕਲਾਸ ਸਟੂਡੈਂਟਸ। ਤੋਂ ਅੱਜ ਅਸੀਂ ਸ਼ੁਰੂ ਕਰਾਂਗੇ ਚੈਪਟਰ ਨੰਬਰ 23 ਦੈਟ ਇਜ਼ ਗ੍ਰਾਫੀਕਲ ਰਿਪਰੈਜ਼ੈਂਟੇਸ਼ਨ। ਇਹਦੇ ਵਿੱਚ ਅਸੀਂ ਹਿਸਟੋਗ੍ਰਾਮਸ ਤੇ ਓਗਿਵਸ ਡਰੋ ਕਰਨੇ ਆ। ਸਭ ਤੋਂ ਪਹਿਲੇ ਅਸੀਂ ਹਿਸਟੋਗ੍ਰਾਮ ਦੇਖਦੇ ਹਾਂ ਐਗਜ਼ਾਮਪਲ ਦੇ ਥਰੂ ਵੀ ਕਿੱਦਾਂ ਡਰੋ ਕਰਨਾ। ਸਾਨੂੰ ਕਲਾਸ ਇੰਟਰਵਲ ਦਿੱਤਾ ਹੈ 0 ਤੋਂ 8, 8 ਤੋਂ 16, 16 ਤੋਂ 24, 24 ਤੋਂ 32, 32 ਤੋਂ 40। ਥੱਲੇ ਉਹਨਾਂ ਦੀ ਫਰੀਕੁਐਂਸੀ ਦਿੱਤੀ ਵੀ ਇੰਨੀ ਲਾਈ ਕਰਦੀ ਇਹਦੇ ਵਿੱਚ ਫਰੀਕੁਐਂਸੀ। ਅਸੀਂ ਇਹਦਾ ਹਿਸਟੋਗ੍ਰਾਮ ਪਲੋਟ ਕਰਨਾ। ਕੀ ਕਰਾਂਗੇ ਅਸੀਂ ਐਕਸ ਤੇ ਵਾਈ ਐਕਸਿਸ ਪਲੋਟ ਕਰਾਂਗੇ। ਪਹਿਲਾਂ 0 ਤੋਂ 8, 8, 16, 24, 32, 40 ਤੱਕ ਸੀਗੇ ਸਾਡੇ ਪੁਆਇੰਟ ਕਲਾਸ ਇੰਟਰਵਲ ਦੇ, ਉਹ ਲਗਾ ਲੈਣੇ ਅਸੀਂ ਉੱਦਾਂ ਹੀ ਐਜ਼ ਇਟ ਇਜ਼। ਫਿਰ ਅਸੀਂ ਦੇਖਣੀ ਫਰੀਕੁਐਂਸੀ ਵੱਧੋ ਵੱਧ ਕਿੰਨੀ 12, 12 ਤੱਕ ਅਸੀਂ ਡਿਵਾਈਡ ਕਰਕੇ ਪੁਆਇੰਟ ਲਗਾ ਲੈਣੇ। 2-2 ਦੇ ਇੰਟਰਵਲ 'ਤੇ ਲਾ ਲਓ, ਚਾਹੇ 4-4 ਦੇ ਲਾ ਲਓ, ਚਾਹੇ 1-1 ਦੇ ਲਾ ਲਓ, ਡਿਪੈਂਡ ਕਰਦਾ ਤੁਹਾਡੇ ਕੋਲ ਗ੍ਰਾਫ 'ਤੇ ਜਗ੍ਹਾ ਕਿੰਨੀ ਹੈ, ਗ੍ਰਾਫ 'ਤੇ ਬਣਾਉਣਾ ਇਹਨੂੰ। ਠੀਕ ਆ ਜੀ। ਫਿਰ ਹੁਣ ਆਪਾਂ ਦੇਖਿਆ ਵੀ 0 ਤੋਂ 8 ਦੇ ਵਿੱਚ ਕਿੰਨੀ ਫਰੀਕੁਐਂਸੀ ਹੈ 6, ਅਤੇ 6 ਦੇ ਕੋਰਸਪੋਂਡਿੰਗ ਉੱਥੇ ਡੱਬਾ ਮਾਰ ਦੇਣਾ, ਰੈਕਟੈਂਗਲ ਬਣਾ ਦੇਣੀ ਆ। ਫਿਰ ਅਸੀਂ ਦੇਖਿਆ 8 ਤੋਂ 16 ਦੇ ਵਿੱਚ 9 ਆ ਫਰੀਕੁਐਂਸੀ, ਅਤੇ 9 ਦੇ ਕੋਰਸਪੋਂਡਿੰਗ ਡੱਬਾ ਮਾਰ ਦੇਣਾ। ਸੋਣ ਕਰ ਦੇਗੇ ਅਤੇ ਇਹ ਸਾਡਾ ਕੀ ਬਣ ਜਾਣਾ ਵਾ, ਹਿਸਟੋਗ੍ਰਾਮ ਬਣ ਜਾਣਾ। ਹੁਣ ਜੇਕਰ ਸਾਨੂੰ ਆ ਐਗਜ਼ਾਮਪਲ 2 ਤਾਂ ਇਹਦੇ ਨਾਲ ਦੀ ਹੈ। ਤੀਜੀ ਦੇਖੋ, ਜੇਕਰ ਸਾਨੂੰ ਡਿਸਕੰਟੀਨਿਊਸ ਗਰੁੱਪਡ ਡਾਟਾ ਦਿੱਤਾ ਹੋਵੇ 11 ਤੋਂ 20, 21 ਤੋਂ 30, 31 ਤੋਂ 40, 41 ਤੋਂ 50, 51 ਤੋਂ 60, ਉਸ ਕੇਸ 'ਚ ਅਸੀਂ ਕੀ ਕਰਨਾ, 20 ਤੋਂ 21 ਦੇ ਵਿਚਲੇ ਡਿਫਰੈਂਸ ਨੂੰ 2 ਨਾਲ ਭਾਗ ਦੇ ਲੈਣੀ ਆ। ਉਹ ਕਿੰਨਾ ਆ ਜਾਣਾ 0.5 ਡਿਵਾਈਡ ਕਰ ਲੈਣਾ। 21 ਤੇ 20 ਦੇ ਵਿੱਚ ਡਿਫਰੈਂਸ ਹੈਗਾ 1 ਦਾ 1/2 ਕੀਤਾ 0.5। ਹੁਣ ਪਹਿਲੀ ਲੋਅਰ ਲਿਮਿਟਸ ਨੂੰ 0.5 ਘਟਾ ਦੇਣਾ ਅਤੇ ਅੱਪਰ ਲਿਮਿਟਸ ਨੂੰ 0.5 ਵਧਾ ਦੇਣਾ। ਉਹਦੇ ਨਾਲ ਸਾਡੀਆਂ ਸਾਰੀਆਂ ਲਿਮਿਟਸ ਜਿਹੜੀਆਂ ਵਾ ਉਹ ਇੱਕ ਦੂਜੇ ਨਾਲ ਕੀ ਹੋ ਜਾਣਗੀਆਂ, ਕੰਟੀਨਿਊਜ਼ ਹੋ ਜਾਣਗੀਆਂ। ਅਸੀਂ ਕੀਤਾ ਲੋਅਰ ਲਿਮਿਟ 'ਚੋਂ 0.5 ਘਟਾਤਾ ਅਤੇ ਅੱਪਰ ਲਿਮਿਟ 'ਚ 0.5 ਵਧਾ ਕੇ ਅਤੇ ਆਹ ਲਿਮਿਟਸ ਲਿਖ ਲਈਆਂ ਨਵੀਆਂ, ਕਲਾਸ ਇੰਟਰਵਲ ਨਵਾਂ ਬਣਾ ਲਿਆ। ਹੁਣ ਉਸ ਤੋਂ ਬਾਅਦ ਅੱਗੇ ਵਾਂਗੂ ਹੀ ਹਿਸਟੋਗ੍ਰਾਮ ਪਲੋਟ ਕਰਨਾ। 10.5 ਤੋਂ ਸ਼ੁਰੂ ਹੁੰਦਾ, ਪਹਿਲਾਂ 10.5 ਤੱਕ ਇੱਦਾਂ ਸ਼ੋਅ ਕਰ ਦੇਣਾ ਵਾ ਜਿਗ ਜੈਗ ਜਿਹਾ, ਅਤੇ ਉਸ ਤੋਂ ਬਾਅਦ 10.5 ਤੋਂ 20.5 ਕਰਦੇ ਕਰਦੇ 60.5 ਤੱਕ ਲਿਖ ਕੇ 10 ਤੋਂ 20 ਦੇ ਵਿੱਚ ਕੀ ਸੀਗਾ 5 ਜਿੰਨਾ ਡੱਬਾ ਮਾਰ ਲੈਣਾ। ਮੈਕਸੀਮਮ ਫਰੀਕੁਐਂਸੀ ਕਿੰਨੀ 13 ਤੋਂ 1 ਵੱਧ, ਚਾਹੇ 14, 15 ਤੱਕ ਮਾਰ ਲਓ ਡੱਬੇ, ਜਿਸ ਹਿਸਾਬ ਨਾਲ ਤੁਹਾਨੂੰ ਗ੍ਰਾਫ 'ਤੇ ਸਹੀ ਲੱਗਦਾ, ਪਰ ਮਾਰਨੇ ਇੱਕੋ ਜਿਹੇ ਆ ਡੱਬੇ। 0, 2, 4, 6 ਇੱਦਾਂ ਮਾਰ ਲੈਣੇ ਆ ਅਤੇ ਕੋਰਸਪੋਂਡਿੰਗ ਆ ਡੱਬੇ ਬਣਾ ਕੇ ਇਹ ਸਾਡਾ ਗ੍ਰਾਫ ਬਣ ਜਾਏਗਾ ਵੈਲਿਊਜ਼ ਦੇ ਹਿਸਾਬ ਨਾਲ। ਠੀਕ ਹੈ ਜੀ। ਨੈਕਸਟ ਹੈਗਾ, ਜੇਕਰ ਆਪਾਂ ਨੂੰ ਕਲਾਸ ਮਾਰਕ ਗਿਵਨ ਹੋਵੇ, ਕਲਾਸ ਇੰਟਰਵਲ ਦਿੱਤਾ ਹੀ ਨਾ ਹੋਵੇ, ਫਿਰ ਕੀ ਕਰਨਾ, ਪਹਿਲੇ ਕਲਾਸ ਇੰਟਰਵਲ ਬਣਾਉਣਾ। ਉਹਦੇ ਲਈ ਅਸੀਂ ਕਰਨਾ ਕਲਾਸ ਮਾਰਕ ਦੇ ਵਿਚਲਾ ਜਿਹੜਾ ਡਿਫਰੈਂਸ ਆ ਉਹਨੂੰ 2 ਨਾਲ ਭਾਗ ਕਰ ਲੈਣੀ। ਕਲਾਸ ਮਾਰਕ ਦੇ ਵਿੱਚ ਡਿਫਰੈਂਸ ਕਿੰਨੇ ਦਾ 10 ਦਾ, ਅਤੇ ਉਹਨੂੰ 2 ਨਾਲ ਭਾਗ ਕੀਤੀ 5 ਆ ਗਿਆ। 5 'ਚੋਂ ਘਟਾ ਕੇ ਲੋਅਰ ਲਿਮਿਟ, 5 'ਚੋਂ ਵਧਾ ਕੇ ਅੱਪਰ ਲਿਮਿਟ, 5 'ਚੋਂ ਘਟਾ ਕੇ ਲੋਅਰ ਲਿਮਿਟ, 5 'ਚੋਂ ਵਧਾ ਕੇ ਅੱਪਰ ਲਿਮਿਟ, ਇੱਦਾਂ ਲੋਅਰ ਅਤੇ ਅੱਪਰ ਲਿਮਿਟਸ ਬਣਾ ਲੈਣੀਆਂ। ਫਰੀਕੁਐਂਸੀ ਉੱਦਾਂ ਦੀ ਉੱਦਾਂ ਹੀ ਲਿਖ ਲੈਣੀ। ਠੀਕ ਹੈ ਜੀ। ਬਾਅਦ 'ਚੋਂ ਤਾਂ ਅੱਗੇ ਵਾਂਗੂ ਉਹੀ 20 ਤੋਂ ਸ਼ੁਰੂ ਕਰਨਾ, 0 ਤੋਂ 20 ਤੱਕ ਪਹਿਲੇ ਜਿਗ ਜੈਗ ਲਾਈਨ 20, 30, 40, 70 ਤੱਕ ਬਣਾ ਕੇ ਫਿਰ ਕੋਰਸਪੋਂਡਿੰਗ ਫਰੀਕੁਐਂਸੀ ਦੇ ਜਿਹੜਾ ਵਾਈ ਐਕਸਿਸ 'ਤੇ ਆਪਾਂ ਜਿਹੜੀਆਂ ਨੇ ਰੈਕਟੈਂਗਲਸ ਬਣਾ ਦੇਣੀਆਂ ਵਾ। ਉਸ ਤੋਂ ਬਾਅਦ ਹੁਣ ਨਵਾਂ ਟੋਪਿਕ ਹੁੰਦਾ ਵੀ ਕੋਮੂਲੇਟਿਵ ਫਰੀਕੁਐਂਸੀ ਦਾ। ਕੋਮੂਲੇਟਿਵ ਫਰੀਕੁਐਂਸੀ ਦਾ ਟੇਬਲ ਹੀ ਵੱਖਰਾ ਹੁੰਦਾ। ਜਿੱਦਾਂ ਮੰਨ ਲਓ ਸਾਨੂੰ ਇੱਕ ਫਰੀਕੁਐਂਸੀ ਟੇਬਲ ਦਿੱਤਾ ਹੈ CI ਅਤੇ F ਦਾ, ਅਸੀਂ ਇੱਥੋਂ ਕੋਮੂਲੇਟਿਵ ਫਰੀਕੁਐਂਸੀ ਦਾ ਡੱਬਾ ਬਣਾਉਣਾ ਵਾ। ਅਸੀਂ ਕਰਨਾ ਪਹਿਲੀ ਦੀ ਪਹਿਲੀ ਇੱਦਾਂ ਹੀ ਤਾਰ ਲੈਣੀ ਆ, ਫਿਰ ਮੁੜ ਕੇ ਕੀ ਆ ਅਗਲੀ ਜੋੜੀ ਜਾਣੀ 3 ਤੇ 6 9, 9 ਤੇ 10 19, 19 ਤੇ 8 27, 27 ਤੇ 4 31। ਠੀਕ ਆ ਜੀ। ਇੱਦਾਂ ਕੋਮੂਲੇਟਿਵ ਫਰੀਕੁਐਂਸੀ ਟੇਬਲ ਬਣਨਾ। ਦੁਬਾਰਾ ਸੁਣ ਲਓ, 20 ਤੋਂ 25 ਦੇ ਵਿੱਚ 3, 25 ਤੋਂ 30 ਦੇ ਵਿੱਚ 3 ਜਮਾ 6 9, 30 ਤੋਂ 35 ਦੇ ਵਿੱਚ 9 ਜਮਾ 10 19, 19 ਜਮਾ 8 27, ਅਗਲੇ 27 ਜਮਾ 4 31। ਇੱਦਾਂ ਆਪਣਾ ਕੋਮੂਲੇਟਿਵ ਫਰੀਕੁਐਂਸੀ ਦਾ ਟੇਬਲ ਬਣ ਗਿਆ। ਇਹਨੂੰ ਅਸੀਂ ਇੱਦਾਂ ਵੀ ਲਿਖ ਸਕਦੇ ਹਾਂ, ਇੱਧਰਲੇ ਬੰਨੇ ਲੈਸ ਦੈਨ 20 ਕਿੰਨੇ 0, ਕੋਈ ਵੀ ਨਹੀਂ। 25 ਤੋਂ ਥੱਲੇ ਕਿੰਨੇ 3, 30 ਤੋਂ ਥੱਲੇ ਕਿੰਨੇ 9, ਲੈਸ ਦੈਨ 30 ਕਿੰਨੇ 9, ਲੈਸ ਦੈਨ 35 ਕਿੰਨੇ 19, ਲੈਸ ਦੈਨ 40 ਕਿੰਨੇ 27, ਲੈਸ ਦੈਨ 45 ਕਿੰਨੇ 31। ਇਹਦਾ ਇੱਕ ਵੱਖਰਾ ਟੇਬਲ ਬਣ ਗਿਆ। ਹੁਣ ਕੋਮੂਲੇਟਿਵ ਫਰੀਕੁਐਂਸੀ ਦੀ ਕਰਵ ਜਾਣੀ ਕਿ ਓਜਿਵ ਬਣਾਉਣਾ ਹੀ ਓਗਿਵ ਬਣਾਉਣਾ। ਉਹਦੇ ਲਈ ਅਸੀਂ ਕੀ ਕਰਨਾ ਵਾ, ਅੱਪਰ ਲਿਮਿਟਸ ਚੱਕਣੀਆਂ ਅਤੇ ਆਹ ਵਾਲੇ ਪੁਆਇੰਟ ਚੱਕਣੇ ਅਤੇ ਪੁਆਇੰਟ ਪਲੋਟ ਕਰਦੇ ਨੇ। ਲੋਅਰ ਲਿਮਿਟ 5 ਨੂੰ 0 'ਤੇ ਰੱਖਣਾ। ਇਹ ਧਿਆਨ ਰੱਖਣਾ ਤੁਸੀਂ, ਇਹ ਹੁਣੇ ਤੁਹਾਨੂੰ ਗ੍ਰਾਫ ਤੋਂ ਪਤਾ ਲੱਗਣ ਲੱਗਾ। ਇਸ ਤੋਂ ਪਹਿਲਾਂ ਅਸੀਂ ਕੋਮੂਲੇਟਿਵ ਫਰੀਕੁਐਂਸੀ ਦਾ ਟੇਬਲ ਬਣਾ ਲਿਆ। 7 ਦਾ 7, 7 ਤੇ 9 16, 16 ਤੇ 12 28, 28 ਤੇ 8 36, 36 ਤੇ 6 42। ਠੀਕ ਆ ਜੀ। ਹੁਣ ਸਾਡੇ ਕੋਲ ਪੁਆਇੰਟ ਕੀ ਹੋ ਗਏ, 10 ਦੇ ਕੋਰਸਪੋਂਡਿੰਗ 7, 15 ਦੇ ਕੋਰਸਪੋਂਡਿੰਗ 16, 20 ਦੇ ਕੋਰਸਪੋਂਡਿੰਗ 28, 25 ਦੇ ਕੋਰਸਪੋਂਡਿੰਗ 36, 30 ਦੇ ਕੋਰਸਪੋਂਡਿੰਗ 42। ਅੱਪਰ ਲਿਮਿਟਸ ਐਂਡ ਕੋਮੂਲੇਟਿਵ ਫਰੀਕੁਐਂਸੀ, ਇਹ ਪੁਆਇੰਟ ਚੱਕਣੇ ਆਪਾਂ। ਕੋਮੂਲੇਟਿਵ ਫਰੀਕੁਐਂਸੀ ਐਟ ਈਚ ਅੱਪਰ ਲਿਮਿਟ ਪੁਆਇੰਟ, ਈਚ ਅੱਪਰ ਲਿਮਿਟ ਪੁਆਇੰਟ 'ਤੇ ਕੋਮੂਲੇਟਿਵ ਫਰੀਕੁਐਂਸੀ ਦੀ ਵੈਲਿਊ ਦੇ ਅਸੀਂ ਹਿਸਾਬ ਨਾਲ ਟੇਬਲ ਬਣਾਉਣਾ ਅਤੇ 5 ਦੇ ਪੁਆਇੰਟ ਨੂੰ 0 'ਤੇ ਰੱਖਣਾ। ਹੁਣ ਫਰੀ ਹੈਂਡ ਕਰਵ ਅਸੀਂ ਡਰੋ ਕਰਨ ਲੱਗੇ ਹਾਂ। ਇੱਕ ਬੰਦੇ ਕੋਮੂਲੇਟਿਵ ਫਰੀਕੁਐਂਸੀ ਆ ਜਿਹਦੀ ਵੱਧ ਤੋਂ ਵੱਧ ਵੈਲਿਊ ਕਿੰਨੀ ਆ 42 ਤੱਕ ਆ। 42 ਤੱਕ ਆਪਾਂ ਲਾਈਨਾਂ ਲਾ ਲੈਣੀਆਂ ਇੱਥੇ। ਇਹ ਚਾਹੇ ਤੁਸੀਂ 10 ਦੇ ਇੰਟਰਵਲ ਛੱਡ ਲਓ ਗ੍ਰਾਫ ਦੇ ਉੱਤੇ, 10 20 30 40 50 42 ਤੱਕ ਸੀਗੀ, ਉੱਥੋਂ ਤੱਕ ਰੱਖ ਲਿਆ ਅਸੀਂ। ਠੀਕ ਆ ਜੀ। ਅਤੇ ਆਪਣੀ ਜਿਹੜੀ ਆਹ ਵੈਲਿਊ 30 ਤੱਕ ਆ, 5 ਤੋਂ ਲੈ ਕੇ 30 ਤੱਕ, ਇੱਥੇ ਅਸੀਂ 5 ਤੋਂ ਲੈ ਕੇ 30 ਤੱਕ ਲਾਈਨਾਂ ਲਾ ਲਈਆਂ। 5 10 15 20 25 30, 5 ਦੇ ਕੋਰਸਪੋਂਡਿੰਗ 0,
ਫਿਰ ਅਪਰ ਲਿਮਟ 10 ਦੇ ਕੋਰਸਪੋਂਡਿੰਗ 7, 10 ਦੇ ਕੋਰਸਪੋਂਡਿੰਗ ਇੱਧਰੋਂ 10 ਇੱਧਰੋਂ 7, ਅੱਗੇ 5 ਤੱਕ ਜਿਹੜਾ ਵਾ ਜਿਗਜੈਗ ਲਾਈਨ ਹੀ ਬਣਾਉਣੀ। ਫਿਰ 15 ਦੇ ਕੋਰਸਪੋਂਡਿੰਗ ਕਿੰਨੀ ਵੈਲਿਊ ਆ ਵੀ ਅਪਰ ਲਿਮਟ 15 ਦੇ ਕੋਰਸਪੋਂਡਿੰਗ ਕਮਿਊਲੇਟਿਵ ਫ੍ਰੀਕੁਐਂਸੀ ਵੈਲਿਊ 16। ਇਹ ਆਪਾਂ ਡਰੋ ਕਰਦੇ ਕਰਦੇ OG ਜਿਹੜਾ ਪਲੋਟ ਕਰ ਲਾਂਗੇ ਕਮਿਊਲੇਟਿਵ ਫ੍ਰੀਕੁਐਂਸੀ ਤੇ ਅਪਰ ਲਿਮਟ ਦੇ ਵਿੱਚ ਇਹ ਹੁੰਦਾ ਵਾ ਲੋਅਰ ਲਿਮਟ ਦੇ ਪੁਆਇੰਟ ਨੂੰ 0 ਲੈ ਕੇ ਚੱਲਣਾ ਵਾ। ਇਹ ਸਾਡਾ ਇਦਾਂ ਦਾ ਜਿਹੜਾ ਇੱਕ ਗ੍ਰਾਫ ਬਣ ਜਾਊਗਾ। 30 ਦੇ ਕੋਰਸਪੋਂਡਿੰਗ 42 ਲਾਸਟ ਵਾਲੀ ਚੈੱਕ ਕਰ ਲਓ ਇੱਥੇ, 30 ਦੇ ਕੋਰਸਪੋਂਡਿੰਗ 42, 25 ਦੇ ਕੋਰਸਪੋਂਡਿੰਗ 36, 20 ਦੇ ਕੋਰਸਪੋਂਡਿੰਗ 28, 15 ਦੇ ਕੋਰਸਪੋਂਡਿੰਗ 16, 10 ਦੇ ਕੋਰਸਪੋਂਡਿੰਗ 7 ਤੇ 5 ਦੇ ਕੋਰਸਪੋਂਡਿੰਗ 0। ਠੀਕ ਆ ਜੀ, ਇਹਨੂੰ ਅਸੀਂ ਲੈਸ ਦੈਨ OGIVE ਵੀ ਕਹਿੰਦੇ ਆ। ਲੈਸ ਦੈਨ OGIVE ਦਾ ਮਤਲਬ ਕੀ ਹੁੰਦਾ ਵੀ 15 ਤੋਂ ਘੱਟ 16 ਬੰਦੇ ਆ, 15 ਤੋਂ ਘੱਟ ਜਿਹੜੇ ਆ ਉਹ 16 ਵਾ। ਇਹ ਮਤਲਬ ਹੁੰਦਾ ਇੱਥੇ ਦਾ 15 ਤੋਂ ਘੱਟ 16, ਲੈਸ ਦੈਨ 15 16, ਲੈਸ ਦੈਨ 10 7, ਲੈਸ ਦੈਨ 5 0, ਲੈਸ ਦੈਨ 20 28, ਲੈਸ ਦੈਨ 25 36, ਲੈਸ ਦੈਨ 30 42। ਤੋਂ ਲੈਸ ਦੈਨ OGIVE ਵੀ ਇਹਨੂੰ ਬੋਲਦੇ ਆ। ਇਹ ਸਾਨੂੰ ਇਹ ਕਿਸੇ ਵੀ